ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਰਾਉਂਡ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੋਡ ਦੇ ਨਾਲ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਕੈਨੇਡਾ ਦੇ ਵਿੱਚ 1984 ਦੇ ਨਾਲ ਸੰਬੰਧਿਤ ਕਈ ਜਗ੍ਹਾ ਦੇ ਉੱਪਰ ਕੁਝ ਖਾਸ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਆ ਕਿ ਜਗਮੀਤ ਸਿੰਘ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਇਸ ਬਾਰੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਵੱਲੋਂ 1984 ਦਾ ਜ਼ਿਕਰ ਕੀਤਾ ਗਿਆ। ਸੋ ਮਨਦੀਪ ਜੀ, ਸਵਾਲ ਸਭ ਤੋਂ ਪਹਿਲਾਂ ਇਹੀ ਹੈ ਕਿ ਜਗਮੀਤ ਸਿੰਘ ਵੱਲੋਂ ਅੱਜ 1984 ਦੇ ਬਾਰੇ ਕੀ ਕਿਹਾ ਗਿਆ? ਬਿਲਕੁਲ ਜੀ, ਕਿਉਂਕਿ ਜਦੋਂ ਵੀ ਅਕਤੂਬਰ ਦੇ ਅਖੀਰ ਵਿੱਚ ਨਵੰਬਰ ਦਾ ਇਹ ਦਿਨ ਆਉਂਦੇ ਆ ਜਦੋਂ 1984 ਵਿੱਚ ਸਿੱਖ ਕਤਲੇਆਮ ਹੋਇਆ ਸੀ, ਤਾਂ ਦੁਨੀਆ ਭਰ 'ਚ ਜਿਹੜੇ ਸਿੱਖ ਵਸਦੇ ਨੇ, ਪੰਜਾਬੀ ਵਸਦੇ ਨੇ, ਆਪੋ ਆਪਣੇ ਤਰੀਕੇ ਨਾਲ ਇਸ ਦਿਨ ਨੂੰ ਜਿਹੜਾ ਉਹ ਯਾਦ ਕਰਦੇ ਨੇ। ਬਹੁਤ ਸਾਰੇ ਸਿਆਸੀ ਲੀਡਰ ਜਿਹੜੇ ਆ ਉਹ ਵੀ ਹਾਂ ਦਾ ਨਾਰਾ ਮਾਰਦੇ ਨੇ। ਸੋ ਜਗਮੀਤ ਸਿੰਘ ਵੀ ਹਰ ਸਾਲ ਜਿਹੜਾ ਇਸ ਮੁੱਦੇ ਉੱਤੇ ਜਿਹੜੀ ਉਹ ਗੱਲ ਕਰਦੇ ਨੇ। ਉਹਨਾਂ ਦੇ ਭਰਾ ਗੁਰਰਤਨ ਸਿੰਘ ਵੀ ਗੱਲ ਕਰਦੇ ਨੇ। ਉਹਨਾਂ ਨੇ ਮਸਲਾ ਜਿਹੜਾ ਉੱਥੇ ਅਸੈਂਬਲੀ ਵਿੱਚ ਵੀ ਉਠਾਇਆ ਸੀ, ਓਨਟਾਰੀਓ ਵਿੱਚ। ਸੋ ਜਗਮੀਤ ਸਿੰਘ ਉਹਨਾਂ ਵੱਲੋਂ ਜਿਹੜੇ ਅੱਜ ਟਵੀਟ ਕੀਤੇ ਗਏ ਆ, ਸ਼ਰਧਾਂਜਲੀ ਜਿਹੜੀ ਉਹ ਦਿੱਤੀ ਗਈ ਹੈ ਉਹਨਾਂ ਲੋਕਾਂ ਨੂੰ ਜੋ ਉਹਨਾਂ ਉਸ ਵਕਤ ਉਸ ਦੌਰ ਦੇ ਵਿੱਚ ਜਿਹੜੇ ਲੋਕ ਉੱਥੇ ਮਾਰੇ ਗਏ ਸੀ, ਜਿਨ੍ਹਾਂ ਦੀ ਜਾਨ ਲੈ ਲਈ ਗਈ ਸੀ। ਸੋ ਆਪਣੇ ਟਵੀਟ ਦੇ ਵਿੱਚ ਜਗਮੀਤ ਸਿੰਘ ਹੁਣੀ ਲਿਖਦੇ ਆ ਕਿ ਅੱਜ ਜਿਹੜੇ 1984 ਵਿੱਚ ਜਿਹੜਾ ਸਿੱਖ ਜੈਨੋਸਾਈਡ ਹੋਇਆ ਸੀਗਾ, ਜੋ ਜੈਨੋਸਾਈਡ ਸ਼ਬਦ ਉਹਨਾਂ ਨੇ ਵਰਤਿਆ, ਕਿ 37 ਸਾਲ ਜਿਹੜੇ ਹੋ ਚੁੱਕੇ ਆ, 37ਵੀਂ ਐਨੀਵਰਸਰੀ ਜਿਹੜੀ ਉਹ ਮਨਾਈ ਜਾ ਰਹੀ ਆ। ਔਰ ਇਸ ਦੌਰਾਨ ਉਹ ਕਹਿੰਦੇ ਕਿ 37 ਸਾਲ ਪਹਿਲਾਂ ਕੁਝ ਪੋਲੀਟੀਕਲ ਲੀਡਰਾਂ ਦੇ ਅਗਵਾਈ ਵਿੱਚ ਇੱਕ ਜਿਹੜੀ ਭੀੜ ਸੀ, ਉਹਨਾਂ ਨੇ ਚੁਣ ਚੁਣ ਕੇ ਸਿੱਖਾਂ ਨੂੰ ਮਾਰਿਆ ਸੀਗਾ। ਔਰ ਖਾਸ ਕਰਕੇ ਉਹਨਾਂ ਨੇ ਸ਼ਬਦ ਵਰਤਿਆ ਕਿ ਜਿਹੜੇ ਉਹਨਾਂ ਵਰਗੇ ਦਿਖਦੇ ਨੇ, ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਨੇ ਇੱਕ ਮਿਸਾਲ ਦਿੱਤੀ ਕਿ ਜਿਹੜੇ ਮੇਰੇ ਵਰਗੇ ਦਿਖਦੇ ਸੀਗੇ ਉਹਨਾਂ ਨੂੰ ਚੁਣ ਚੁਣ ਕੇ ਜਿਹੜਾ ਸੀ ਉਹ ਕਤਲ ਕੀਤਾ ਗਿਆ ਸੀ ਸੜਕਾਂ ਉੱਤੇ। ਸੋ ਉਸ ਮੰਜ਼ਰ ਨੂੰ ਉਹ ਯਾਦ ਵੀ ਕਰਦੇ ਨੇ। ਇਹਦੇ ਨਾਲ ਉਹ ਇਹ ਵੀ ਲਿਖਦੇ ਨੇ ਕਿ ਕੁਝ ਬਹਾਦਰ ਜਿਹੜੇ ਹਿੰਦੂ ਅਤੇ ਮੁਸਲਮਾਨ ਲੋਕ ਸੀ, ਉਹਨਾਂ ਨੇ ਸਿੱਖਾਂ ਨੂੰ ਜਿਹੜੀ ਸੀ ਉਹ ਸ਼ੈਲਟਰ ਵੀ ਦਿੱਤਾ ਸੀਗਾ, ਉਹਨਾਂ ਦੀਆਂ ਜਾਨਾਂ ਵੀ ਬਚਾਈਆਂ ਸੀ। ਔਰ ਇਸ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੰਟਰੀ ਲਾਈਕ ਕੈਨੇਡਾ ਗੇਵ ਮੈਨੀ ਸੇਫ ਹੈਵਨ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਸਮੇਂ ਬਹੁਤ ਸਾਰੇ ਲੋਕ ਕੈਨੇਡਾ ਨੂੰ ਜਿਹੜੇ ਉਹ ਆਏ ਸੀਗੇ। ਸੋ ਕੈਨੇਡਾ ਨੇ ਵੀ ਉਹਨਾਂ ਨੂੰ ਜਿਹੜਾ ਸੀ ਇੱਕ ਸੇਫ ਹੈਵਨ ਜਿਹੜਾ ਸੀ ਉਹ ਮੁਹੱਈਆ ਕਰਾਇਆ। ਸੋ ਇਸ ਤਰ੍ਹਾਂ ਨੂੰ ਕਹਿੰਦੇ ਆ ਕਿ ਇਸ ਤਰੀਕੇ ਦੀ ਜਿਹੜੀ ਹਿੰਸਾ ਆ, ਉਹਨੂੰ ਕਿਤੇ ਵੀ ਜਿਹੜੀ ਉਹ ਨਾ ਸ਼ਹਿ ਮਿਲਣੀ ਚਾਹੀਦੀ, ਨਾ ਹੋਣੀ ਚਾਹੀਦੀ ਹੈ, ਔਰ ਨਾ ਇਸੇ ਤਰੀਕੇ ਦੀ ਹਿੰਸਾ ਦੀ ਕੋਈ ਹੋਰ ਹੋਣੀ ਚਾਹੀਦੀ ਆ। ਸੋ ਇੱਕ ਵੱਡੇ ਤੇ ਭਾਰੇ ਸ਼ਬਦਾਂ ਨਾਲ ਉਹਨਾਂ ਨੇ 1984 ਜਿਹੜਾ ਯਾਦ ਕੀਤਾ ਆ। ਹੋਰ ਵੀ ਕੈਨੇਡਾ ਦੇ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਇਸ ਵਕਤ ਟਵੀਟ ਕਰਦੇ ਨੇ ਪਿਆ, ਕਿਉਂਕਿ ਜਗਮੀਤ ਸਿੰਘ ਇੱਕ ਨੈਸ਼ਨਲ ਪਾਰਟੀ ਦੇ ਲੀਡਰ ਨੇ, ਇਸ ਕਰਕੇ ਅਸੀਂ ਉਹਨਾਂ ਦੀ ਚਰਚਾ ਵੀ ਕਰ ਰਹੇ ਹਾਂ। ਹੋਰ ਵੀ ਜਿਹੜੇ ਲੀਡਰ ਇਸ ਮੌਕੇ ਟਵੀਟ ਕਰਨਗੇ, ਅਸੀਂ ਉਹਨਾਂ ਦੀ ਸ਼ਬਦ ਵੀ ਜਿਹੜੇ ਉਹ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਵਾਂਗੇ। ਜੀ ਮਨਦੀਪ ਜੀ, ਇਹ ਤਾਂ ਜਗਮੀਤ ਸਿੰਘ ਹੋਰਾਂ ਦੀ ਗੱਲ ਹੋਈ ਹੈ, ਪਰ ਹੁਣ ਬਰੈਂਪਟਨ ਦੇ ਵਿੱਚ ਵੀ ਸਿੱਖਾਂ ਵਾਸਤੇ ਇੱਕ ਖਾਸ ਕਦਮ ਚੁੱਕਿਆ ਜਾ ਰਿਹਾ ਹੈ। ਟਾਵਰ ਜਿਹੜਾ ਹੈ ਕੇਸਰੀ ਰੰਗ ਦੇ ਵਿੱਚ ਨਜ਼ਰ ਆਉਣ ਵਾਲਾ ਹੈ। ਸੋ ਇਸ ਬਾਰੇ ਤੁਹਾਡੇ ਤੋਂ ਵਧੇਰੇ ਜਾਣਕਾਰੀ ਹਾਸਲ ਕਰਨਾ ਚਾਹਾਂਗੇ ਕਿ ਇਹ ਕਦੋਂ ਵਾਸਤੇ ਹੋਵੇਗਾ, ਟਾਵਰ ਨੂੰ ਜੋ ਕੇਸਰੀ ਰੰਗਾਂ ਦੇ ਨਾਲ ਰੰਗਿਆ ਜਾਵੇਗਾ, ਜਾਂ ਇਸ ਬਾਰੇ ਤੁਹਾਡੇ ਕੋਲ ਹੋਰ ਕੀ ਜਾਣਕਾਰੀ ਹੈ? ਬਿਲਕੁਲ ਜੀ, ਜੇਕਰ ਅਸੀਂ ਸਿਟੀ ਟਾਵਰ ਦੀ ਗੱਲ ਕਰੀਏ ਬਰੈਂਪਟਨ ਦੇ ਵਿੱਚ, ਕਿਉਂਕਿ ਬਰੈਂਪਟਨ ਜਿਹੜਾ ਸ਼ਹਿਰ ਉੱਥੇ ਪੰਜਾਬੀਆਂ ਦੀ, ਪੰਜਾਬੀ ਭਾਈਚਾਰੇ ਦੀ, ਸਿੱਖ ਭਾਈਚਾਰੇ ਦੀ ਬਹੁਤ ਵੱਡੀ ਗਿਣਤੀ ਆ। ਔਰ ਖਾਸ ਕਰਕੇ ਜਿਹੜੇ ਉੱਥੇ ਦੇ ਮੇਅਰ ਨੇ ਪੈਟਰਿਕ ਬਰਾਊਨ, ਉਹਨਾਂ ਦੀ ਸਿੱਖਾਂ ਨਾਲ ਕਾਫੀ ਨੇੜਤਾ ਆ। ਉਹਨਾਂ ਨੇ ਪਹਿਲਾਂ ਵੀ ਕਾਫੀ ਸਮਿਆਂ ਤੇ ਕਈ ਚੀਜ਼ਾਂ ਉੱਤੇ ਜਿਹੜੀ ਆਵਾਜ਼ ਉਠਾਈ ਹੈ। ਇੱਥੋਂ ਤੱਕ ਕਿਸਾਨ ਅੰਦੋਲਨ ਦੇ ਹੱਕ ਵਿੱਚ ਵੀ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਸੀਗਾ। ਮਤਾ ਵੀ ਜਿਹੜਾ ਸੀ ਉਹ ਬਰੈਂਪਟਨ ਦੇ ਵਿੱਚ ਪਾਸ ਕੀਤਾ ਗਿਆ ਸੀ ਕੌਂਸਲ ਦੇ ਵਿੱਚ। ਸੋ ਇਸ ਤਰ੍ਹਾਂ ਜਿਹੜਾ ਵਾ 1984 ਨੂੰ ਲੈ ਕੇ ਉੱਥੇ ਪਹਿਲਾਂ ਵੀ ਬਹੁਤ ਸਾਰੇ ਰੋਸ ਮੁਜ਼ਾਹਰੇ ਵੀ ਹੁੰਦੇ ਰਹੇ ਨੇ, ਔਰ ਵੱਖ-ਵੱਖ ਤਰੀਕਿਆਂ ਨਾਲ ਯਾਦ ਵੀ ਹੁੰਦਾ ਰਿਹਾ। ਔਰ ਕੈਨੇਡਾ ਦੇ ਵਿੱਚ ਖਾਸ ਕਰਕੇ ਜੇਕਰ ਅਸੀਂ ਕੀਤੇ ਇੱਕ ਬਲੱਡ ਡੋਨੇਸ਼ਨ ਕੈਂਪ ਵੀ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ, ਖਾਸ ਤੌਰ 'ਤੇ ਜਿਹੜੇ ਇਸ ਜਿਹੜਾ ਨਸਲਕੁਸ਼ੀ ਹੋਈ ਸੀ ਸਿੱਖਾਂ ਦੀ, ਉਸ ਚੀਜ਼ ਨੂੰ ਲੈ ਕੇ। ਸੋ ਬਰੈਂਪਟਨ ਦੇ ਵਿੱਚ ਵੀ ਇੱਕ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਸਿਟੀ ਟਾਵਰ ਆ ਉਹਨੂੰ ਜਿਹੜੀ ਕੇਸਰੀ ਰੰਗ ਦੀ ਜਿਹੜੀ ਰੌਸ਼ਨੀ ਆ ਉਹਦੇ ਨਾਲ ਜਿਹੜਾ ਉਹ ਰੰਗਿਆ ਜਾਵੇਗਾ। ਸੋ ਇੱਕ ਸ਼ਰਧਾਂਜਲੀ ਹੋਵੇਗੀ ਜਿਹਦਾ ਐਲਾਨ ਬਰੈਂਪਟਨ ਸਿਟੀ ਦੇ ਟਵਿੱਟਰ ਹੈਂਡਲ ਉਹ ਜਿਹੜਾ ਕੀਤਾ ਗਿਆ। ਸੋ ਵੱਖ-ਵੱਖ ਤਰੀਕੇ ਨਾਲ, ਜਿਵੇਂ ਤੁਸੀਂ ਵੀ ਆਪਣੀ ਸਟਾਰਟਿੰਗ ਵਿੱਚ ਕਿਹਾ ਸੀਗਾ ਕਿ ਬਹੁਤ ਕੁਝ ਕੀਤਾ ਜਾਂਦਾ। ਔਰ ਸਭ ਤੋਂ ਵੱਡੀ ਐਗਜ਼ਾਮਪਲ ਜਿਹੜੀ ਹੈ ਕਿ ਜੋ ਸਿੱਖ ਨੇਸ਼ਨ ਵੱਲੋਂ ਬਲੱਡ ਡੋਨੇਸ਼ਨ ਜਿਹੜੇ ਉਹ ਕੈਂਪ ਚਲਾਏ ਜਾਂਦੇ ਨੇ, ਪਿਛਲੇ 23 ਸਾਲਾਂ ਤੋਂ ਇਹ ਚੱਲ ਰਹੇ ਨੇ। 1999 ਵਿੱਚ ਇਹਦੀ ਜਿਹੜੀ ਉਹ ਸ਼ੁਰੂਆਤ ਹੋਈ ਸੀ। ਸਿੱਖ ਨੇਸ਼ਨ ਤੋਂ ਭਾਵ ਕਿ ਇਹਦੇ ਵਿੱਚ ਜੋ ਸਮੁੱਚੀ ਸਿੱਖ ਕੌਮ ਆ ਉਹਦੇ ਵੱਲੋਂ ਜਿਹੜਾ ਵਾ ਇਹ ਸਾਰਾ ਕੁਝ ਕੀਤਾ ਜਾਂਦਾ। ਇਸ ਵਿੱਚ ਕੋਈ ਜਿਹੜਾ ਅਹੁਦੇ ਜਾਂ ਕੋਈ ਸੰਸਥਾ ਦਾ ਨਾਮ ਇਹਦੇ ਵਿੱਚ ਅੱਗੇ ਨਹੀਂ ਆਉਂਦਾ। ਸਮੁੱਚੀ ਕੌਮ ਦੇ ਨਾਮ ਜਿਹੜਾ ਇਹ ਜਿਹੜੀ ਆ ਕੰਪੇਨ ਚਲਾਈ ਜਾਂਦੀ ਆ।
ਤੇ ਹੁਣ ਤੱਕ ਜੋ ਨੰਬਰ ਦਿੱਤਾ ਗਿਆ ਕੈਨੇਡਾ ਦੀ ਬਲੱਡ ਬੈਂਕ ਵੱਲੋਂ ਕਿ 1,60,000 ਜਾਨਾਂ ਜਿਹੜੀਆਂ ਵਾ ਬਚਾਈਆਂ ਜਾ ਚੁੱਕੀਆਂ ਨੇ ਕੈਨੇਡਾ ਦੇ ਵਿੱਚ ਖੂਨਦਾਨ ਕਰਕੇ। ਔਰ ਇਸ ਵਕਤ ਬਲੱਡ ਬੈਂਕ ਦੇ ਜੋ ਸਭ ਤੋਂ ਵੱਡੇ ਜਿਹੜੇ ਡੋਨਰ ਪਾਰਟਨਰ ਨੇ ਉਹ ਸਿੱਖ ਨੇਸ਼ਨ ਵਾਲੇ ਨੇ, ਭਾਵ ਕਿ ਸਿੱਖ ਕੌਮ ਆ, ਕਿਉਂਕਿ ਉਹ ਇਸ ਨੂੰ ਕੋਈ ਸੰਸਥਾ ਬਣਾ ਕੇ ਨਹੀਂ ਰੱਖਣਾ ਚਾਹੁੰਦੇ। ਸਮੁੱਚੀ ਕੌਮ ਨੂੰ ਜਿਹੜੀ ਇਹ ਸਾਰਾ ਕੁਝ ਸਮਰਪਿਤ ਕੀਤਾ। ਔਰ ਇਸ ਸੰਸਥਾ ਵਿੱਚ ਮਾਫ ਕਰਨਾ, ਫਿਰ ਸੰਸਥਾ ਸ਼ਬਦ ਵਰਤਿਆ ਗਿਆ ਕਿਉਂਕਿ ਆਮ ਵਰਤਾਰੇ 'ਚ ਵਰਤਿਆ ਜਾਂਦਾ। ਔਰ ਇਸ ਸਿੱਖ ਨੇਸ਼ਨ ਦੇ ਵਿੱਚ ਜਿੰਨੇ ਵੀ ਸਾਰੇ ਲੋਕ ਸੇਵਾ ਕਰਦੇ ਨੇ ਉਹ ਸਿਰਫ ਆਪਣੇ ਆਪ ਨੂੰ ਵਲੰਟੀਅਰ ਹੈ ਜਿਹੜਾ ਉਹ ਕਹਾਉਂਦੇ ਨੇ। ਸੋ ਇਸ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ। ਸੋ ਕੈਨੇਡਾ 'ਚ ਵੱਡੇ ਪੈਮਾਨੇ ਵਿੱਚ ਇਸ 1984 ਦੇ ਦੌਰ ਨੂੰ ਲੈ ਕੇ ਜਿਹੜਾ ਵਾ ਉਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਜੀ ਮਨਦੀਪ ਜੀ, ਅਗਲੀ ਖਬਰ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦੇ ਨਾਲ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਗਏ ਹੋਏ ਨੇ G20 ਸਮਿਟ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ। ਪਹਿਲਾਂ ਵੀ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿੰਨੀ ਵੈਕਸੀਨ ਜਿਹੜੀ ਹੈ ਉਹ ਦਾਨ ਕੀਤੀ ਜਾਵੇਗੀ। ਕੈਨੇਡਾ ਵੱਲੋਂ ਮਾਡਰਨਾ ਟੀਕੇ ਬਾਰੇ ਗੱਲ ਕੀਤੀ ਸੀ, ਪਰ ਹੁਣ ਇੱਥੇ ਸਵਾਲ ਇਹ ਹੈ ਕਿ ਅੱਜ ਉਹਨਾਂ ਵੱਲੋਂ ਕੀ ਖਾਸ ਤੇ ਵੱਡਾ ਐਲਾਨ ਕੀਤਾ ਗਿਆ ਹੈ। ਬਿਲਕੁਲ ਜੀ, ਇਸ ਵਕਤ ਗਲਾਸਗੋ ਦੇ ਵਿੱਚ ਜਿਹੜੇ ਉੱਥੇ ਵੱਡੇ ਲੀਡਰ ਜਿਹੜੇ ਨੇ ਦੁਨੀਆ ਭਰ ਦੇ ਇਕੱਠੇ ਹੋਏ ਨੇ ਕਾਨਫਰੰਸ ਆਫ ਪਾਰਟੀਜ਼ ਦੇ ਵਿੱਚ, ਜਿਹਨੂੰ COP26 ਦਾ ਜਿਹੜਾ ਨਾਮ ਉਹ ਦਿੱਤਾ ਗਿਆ ਵਾ। ਸੋ ਇਸ ਵਕਤ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨੇ ਔਰ ਹੋਰ ਵੱਡੇ ਜਿੰਨੇ ਮੁਲਕ ਨੇ, ਚਾਹੇ ਵਿਕਸਿਤ ਮੁਲਕ ਨੇ ਚਾਹੇ ਜਿਹੜੇ ਵਿਕਾਸਸ਼ੀਲ ਦੇਸ਼ ਨੇ, ਉਹਨਾਂ ਸਾਰਿਆਂ ਦੇ ਜਿਹੜੇ ਲੀਡਰ ਨੇ ਉਹ ਇਸ ਕਲਾਈਮੇਟ ਚੇਂਜ ਦੇ ਮੁੱਦੇ ਉੱਤੇ ਉੱਥੇ ਨੇ। ਔਰ ਜਸਟਿਨ ਟਰੂਡੋ ਵੱਲੋਂ ਉੱਥੇ ਬਹੁਤ ਵੱਡਾ ਜਿਹੜਾ ਐਲਾਨ ਕੀਤਾ ਗਿਆ ਕੈਨੇਡਾ ਦੇ ਲਈ ਔਰ ਉੱਥੇ ਦੇ ਲੀਡਰਾਂ ਨਾਲ ਉਹ ਵਾਅਦਾ ਕਰਕੇ ਆਏ ਨੇ। ਦੁਨੀਆ ਭਰ ਦੇ ਲੀਡਰਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਆਇਲ ਤੇ ਗੈਸ ਇੰਡਸਟਰੀ ਆ ਉਹਦੇ ਉੱਤੇ ਉਹ ਕੈਪ ਜਿਹੜਾ ਲਾਉਣ ਜਾ ਰਹੇ ਨੇ। ਔਰ ਨਾਲ ਉਹਨਾਂ ਨੇ ਇਹ ਵੀ ਕਿਹਾ, ਕਿਉਂਕਿ ਕੈਨੇਡਾ ਦੇ ਵਿੱਚ ਗੈਸ ਤੇ ਆਇਲ ਜਿਹੜਾ ਉਹ ਪ੍ਰੋਡਿਊਸ ਵੀ ਹੁੰਦਾ ਆ, ਖਾਸ ਕਰਕੇ ਜੇਕਰ ਅਸੀਂ ਅਲਬਰਟਾ ਵਰਗੇ ਸੂਬੇ ਦੇਖ ਲਈਏ ਤਾਂ ਉਹ ਕਹਿੰਦੇ ਵੀ ਜੇਕਰ ਅਸੀਂ ਇੱਥੇ ਕੈਪ ਲਾਉਂਦੇ ਆ ਤੇ ਕੋਈ ਇੰਨਾ ਨਹੀਂ ਕਿ ਉਹ ਛੋਟਾ ਕੰਮ ਆ। ਕੈਨੇਡਾ ਵਾਸਤੇ ਜਾਂ ਕਿਸੇ ਆਇਲ ਜਾਂ ਗੈਸ ਪ੍ਰੋਡਿਊਸ ਕਰਨ ਵਾਲੀ ਕੰਟਰੀ ਵਾਸਤੇ ਬਹੁਤ ਵੱਡਾ ਕਦਮ ਆ ਕਿ ਇੰਡਸਟਰੀਅਲ ਜਿਹੜਾ ਵਾ ਅਸੀਂ ਸੈਕਟਰ 'ਚ ਦੇਖੀਏ ਤਾਂ ਕੁਝ ਇਸ ਤਰੀਕੇ ਨਾਲ ਸ਼ਾਇਦ ਕੋਈ ਕੈਪ ਲਾ ਸਕਦੇ ਆ ਕਿ ਤੁਸੀਂ ਇੰਨੀ ਕੁ ਵਰਤੋਂ ਜਿਹੜੀ ਕਰ ਸਕਦੇ ਆ। ਸੋ ਜਿਹੜਾ 2050 ਤੱਕ ਜ਼ੀਰੋ ਐਮਿਸ਼ਨ ਦਾ ਜਿਹੜਾ ਟਾਰਗੇਟ ਰੱਖਿਆ ਗਿਆ ਉਹਨੂੰ ਲੈ ਕੇ ਸਾਰੇ ਵੱਡੇ ਮੁਲਕ ਜਿਹੜੇ ਕੁਝ ਨਾ ਕੁਝ ਐਲਾਨ ਕਰਨ ਜਾ ਰਹੇ ਨੇ। ਹਾਲਾਂਕਿ ਜਸਟਿਨ ਟਰੂਡੋ ਜਿਹੜੇ ਆ ਉਹਨਾਂ ਨੂੰ ਉਮੀਦ ਸੀ ਕਿ ਕੁਝ ਵੱਡਾ ਹੋਵੇਗਾ, ਪਰ ਉਹਨਾਂ ਦੀ ਉਮੀਦ ਮੁਤਾਬਕ ਜਿਹੜਾ ਕੁਝ ਉਹਨਾਂ ਵੱਡਾ ਐਲਾਨ ਉੱਥੇ ਨਹੀਂ ਹੋ ਸਕਿਆ। ਪਰ ਇੰਨਾ ਜ਼ਰੂਰ ਹੈ ਕਿ ਕੈਨੇਡਾ ਦੇ ਲਈ ਜਸਟਿਨ ਟਰੂਡੋ ਵੱਡਾ ਐਲਾਨ ਜਿਹੜਾ ਉਹ ਕਰਕੇ ਆਏ ਨੇ। ਕੈਨੇਡਾ ਦੇ ਵਿੱਚ ਅਸੀਂ ਦੇਖਿਆ ਸੀ ਕਿ ਕਲਾਈਮੇਟ ਚੇਂਜ ਨੂੰ ਲੈ ਕੇ ਬਹੁਤ ਵੱਡੀਆਂ ਗੱਲਾਂ ਹੋ ਰਹੀਆਂ ਨੇ ਔਰ ਇਲੈਕਸ਼ਨ ਦੇ ਵਿੱਚ ਮੁੱਖ ਮੁੱਦਾ ਬਣਾਇਆ ਗਿਆ ਸੀਗਾ ਸਾਰੀਆਂ ਪਾਰਟੀਆਂ ਵੱਲੋਂ। ਔਰ ਜਦੋਂ ਗ੍ਰੇਟਾ ਥਨਬਰਗ ਜਿਹੜੇ ਕੈਨੇਡਾ ਆਏ ਸੀ ਤਾਂ ਇੱਥੇ ਦੇ ਨੌਜਵਾਨ ਅਤੇ ਬੱਚਿਆਂ ਨੇ ਭਰਪੂਰ ਸਾਥ ਦਿੱਤਾ ਸੀਗਾ। ਔਰ ਇਸ ਗੱਲ ਨੂੰ ਲੈ ਕੇ ਵੀ ਜਿਹੜਾ ਕਿ ਅਗਲੀ ਪੀੜ੍ਹੀ ਕੈਨੇਡਾ ਦੀ ਉਹ ਕਲਾਈਮੇਟ ਚੇਂਜ ਨੂੰ ਲੈ ਕੇ ਬਹੁਤ ਸੀਰੀਅਸ ਹੈ, ਇਸ ਮੁੱਦੇ ਨੂੰ ਲੈ ਕੇ ਬਹੁਤ ਸੀਰੀਅਸ ਆ। ਔਰ ਜਸਟਿਨ ਟਰੂਡੋ ਵੀ ਅੱਜ ਇਸ ਗੱਲ ਨੂੰ ਸਮਝਦਾ ਹੋਇਆ ਉੱਥੇ ਬਹੁਤ ਵੱਡਾ ਐਲਾਨ ਕਰਕੇ ਆਏ ਨੇ। ਖੈਰ ਇਹ ਜਦੋਂ ਵਾਪਸ ਆਉਣਗੇ ਫਿਰ ਪਤਾ ਲੱਗੂਗਾ ਕਿ ਇੰਡਸਟਰੀਅਲ ਸੈਕਟਰ ਜਿਹੜਾ ਵਾ ਜਾਂ ਆਇਲ ਤੇ ਗੈਸ ਪ੍ਰੋਡਿਊਸ ਸੈਕਟਰ ਆ ਉਹ ਇਸ ਫੈਸਲੇ ਉੱਤੇ ਕਿਸ ਤਰੀਕੇ ਨਾਲ ਜਿਹੜਾ ਉਹ ਰਿਐਕਟ ਕਰਦਾ ਆ। ਪਰ ਇੱਕ ਵਾਰ ਜ਼ਰੂਰ ਜਿਹੜੇ ਜਸਟਿਨ ਟਰੂਡੋ ਆ ਉੱਥੇ ਜਾ ਕੇ ਦੁਨੀਆ ਭਰ ਦੇ ਲੀਡਰਾਂ ਅੱਗੇ ਇੱਕ ਵੱਡਾ ਐਲਾਨ ਜਿਹੜਾ ਉਹ ਕਰਿਆ ਨੇ। ਜੀ ਮਨਦੀਪ ਜੀ, ਜਿਹੜੀ ਅਗਲੀ ਖਬਰ ਹੈ ਕੈਨੇਡਾ ਤੋਂ ਭਾਰਤ ਜਾਣ ਵਾਲਿਆਂ ਦੇ ਵਾਸਤੇ ਹੈ। ਸੋ ਭਾਰਤ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਕਿ ਕੈਨੇਡੀਅਨਸ ਨੂੰ ਵੀਜ਼ਾ ਨਹੀਂ ਦਿੱਤੇ ਜਾਣਗੇ, ਉਹਨਾਂ ਨੂੰ ਦੂਸਰੇ ਤਰੀਕੇ ਦਾ ਵੀਜ਼ਾ ਲੈਣਾ ਪਏਗਾ। ਸੋ ਮਨਦੀਪ ਜੀ, ਇੱਥੇ ਤੁਹਾਡੇ ਤੋਂ ਜਾਣਨਾ ਚਾਹੂੰਗੇ ਕਿ ਇਸ ਬਾਰੇ ਕੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਜਿਹੜੇ ਕੈਨੇਡਾ ਤੋਂ ਭਾਰਤ ਜਾਣਾ ਚਾਹੁੰਦੇ ਨੇ ਵੀਜ਼ਾ ਦੇ ਨਾਲ ਸੰਬੰਧਿਤ। ਬਿਲਕੁਲ ਜੀ, ਕਿਉਂਕਿ ਵੀਜ਼ਾ ਜਿਹੜੀ ਆ ਉਹ ਬਹੁਤ ਵੱਡੀ ਸਹੂਲਤ ਅਸੀਂ ਮੰਨ ਸਕਦੇ ਹਾਂ ਕਿ ਵੀਜ਼ਾ ਨਾਲ ਜਿਹੜਾ ਵਾ ਬਹੁਤਾ ਖੱਜਲ ਖੁਆਰੀ ਨਹੀਂ ਹੁੰਦੀ। ਪਰ ਹੁਣ ਜਿਹੜਾ ਵਾ ਇਸ ਵਕਤ ਜੇਕਰ ਕਿਸੇ ਨੇ ਵੀ ਕੈਨੇਡਾ ਤੋਂ ਭਾਰਤ ਜਾਣਾ ਤਾਂ ਉਹਨੂੰ ਜਿਹੜਾ ਸਟਿੱਕਰ ਵਾਲਾ ਵੀਜ਼ਾ ਅਸੀਂ ਪਾਸਪੋਰਟ ਤੇ ਆਮ ਤੌਰ ਤੇ ਦੇਖਦੇ ਹਾਂ, ਜਦੋਂ ਭਾਰਤ ਤੋਂ ਆਮ ਲੋਕ ਕੈਨੇਡਾ ਨੂੰ ਆਉਂਦੇ ਆ ਤਾਂ ਉਹਨਾਂ ਦਾ ਵੀ ਇੱਕ ਸਟਿੱਕਰ ਵਾਲਾ ਵੀਜ਼ਾ ਲੱਗਦਾ ਆ। ਸੋ ਇਹ ਜਿਹੜੀ ਸੇਵਾ ਆ ਉਹ ਕੈਨੇਡਾ ਲਈ ਭਾਰਤ ਨੇ ਬੰਦ ਕੀਤੀ ਹੋਈ ਆ, ਕਿਉਂਕਿ ਇਸ ਗੱਲ ਤੋਂ ਅਸੀਂ ਸ਼ਾਇਦ ਕਿਉਂਕਿ ਅੰਦਾਜ਼ੇ ਇਹੀ ਲਾਏ ਜਾ ਰਹੇ ਨੇ ਕਿ ਜਦੋਂ ਕੋਵਿਡ ਦਾ ਭਾਰਤ ਵਿੱਚ ਕਾਫੀ ਦੌਰ ਚੱਲਿਆ ਸੀਗਾ ਤਾਂ ਉਸ ਵਕਤ ਜਿਹੜਾ ਸੀਗਾ ਕੈਨੇਡਾ ਨੇ ਡਾਇਰੈਕਟ ਫਲਾਈਟਾਂ ਜਿਹੜੀਆਂ ਉਹ ਭਾਰਤ ਤੋਂ ਬੰਦ ਕਰ ਦਿੱਤੀਆਂ ਸੀਗੀਆਂ। ਭਾਰਤ ਨੇ 2-3 ਵਾਰ ਕਿਹਾ ਵੀ, ਪਰ ਕੈਨੇਡਾ ਨੇ ਉਸ ਵਕਤ ਨਹੀਂ ਖੋਲ੍ਹੀਆਂ। ਔਰ ਉਸ ਵਿੱਚ ਦੇ ਸਭ ਦੇ ਦੌਰਾਨ ਜਿਹੜਾ ਸੀ ਭਾਰਤ ਨੇ ਜਿਹੜਾ ਸੀ ਵੀਜ਼ਾ ਸਰਵਿਸ ਕੈਨੇਡੀਅਨ ਨਾਗਰਿਕਾਂ ਲਈ ਜਿਹੜੀ ਉਹ ਬੰਦ ਕਰ ਦਿੱਤੀ ਸੀਗੀ। ਸੋ ਉਸ ਤੋਂ ਬਾਅਦ ਜਿਹੜਾ ਸੀਗਾ ਹਾਲਾਂਕਿ ਇਹ ਫਲਾਈਟਾਂ ਖੁੱਲ੍ਹ ਵੀ ਗਈਆਂ ਪਰ ਭਾਰਤ ਨੇ ਹਾਲੇ ਤੱਕ ਵੀ ਵੀਜ਼ਾ ਸਰਵਿਸ ਜਿਹੜੀ ਆ ਉਹਨੂੰ ਨਹੀਂ ਖੋਲ੍ਹਿਆ, ਜਿਸ ਕਰਕੇ ਜਿਹੜੇ ਲੋਕ ਜਲਦੀ ਮਾਫ ਕਰਨਾ ਜਾਣਾ ਚਾਹੁੰਦੇ ਨੇ ਇੱਥੋਂ ਕੈਨੇਡਾ ਤੋਂ ਭਾਰਤ, ਉਹਨਾਂ ਨੂੰ ਹੁਣ ਥੋੜਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਉਹਨਾਂ ਨੂੰ ਭਾਰਤੀ ਕੌਂਸਲੇਟ ਦੇ ਬਾਹਰ ਖੜ ਕੇ ਆਪਣੇ ਪਾਸਪੋਰਟ ਜਮ੍ਹਾਂ ਕਰਾਉਣੇ ਪੈ ਰਹੇ ਨੇ ਜਾਂ ਉਹਨਾਂ ਨੂੰ ਬਾਈ ਡਾਕ ਭੇਜਣੇ ਪੈ ਰਹੇ ਨੇ। ਔਰ ਉਹਨਾਂ ਨੂੰ ਪਹਿਲਾਂ ਸਟਿੱਕਰ ਵਾਲੇ ਵੀਜ਼ੇ ਦਾ ਜਿਹੜਾ ਉਹ ਇੰਤਜ਼ਾਰ ਕਰਨਾ ਪੈ ਰਿਹਾ। ਉਸ ਤੋਂ ਬਾਅਦ ਜਿਹੜਾ ਵਾ ਉਹ ਫਿਰ
ਭਾਰਤ ਜਾ ਸਕਣਗੇ। ਹਾਲਾਂਕਿ ਇਸ ਵਕਤ ਜਿਹੜਾ G20 ਸੰਮੇਲਨ ਚੱਲ ਰਿਹਾ ਜਾਂ ਇਸ ਵਕਤ ਆ ਜਿਹੜੀ ਗਲਾਸਕੋ ਵਿੱਚ ਕਾਨਫਰੰਸ ਚੱਲ ਰਹੀ ਆ, ਇਹਦੇ ਵਿੱਚ ਜਸਟਿਨ ਟਰੂਡੋ ਅਤੇ ਪ੍ਰਧਾਨ ਮੰਤਰੀ ਆਪਸ ਵਿੱਚ 2 ਵਾਰ ਆਮੋ ਸਾਹਮਣੇ ਹੋਏ ਨੇ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਤਸਵੀਰਾਂ ਸਾਂਝੀਆਂ ਵੀ ਕੀਤੀਆਂ, ਜਿਹਦੇ ਵਿੱਚ ਦੁਨੀਆ ਦੇ ਹੋਰ ਵੱਡੇ ਲੀਡਰਾਂ ਨਾਲ ਜਸਟਿਨ ਟਰੂਡੋ ਜਿਹੜੇ ਉਹ ਵੀ ਨਜ਼ਰ ਆ ਰਹੇ ਨੇ। ਖੈਰ ਉੱਥੇ ਕੋਈ ਇਸ ਮੁੱਦੇ ਤੇ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਆ, ਜਾਂ ਜਿਹੜੀ ਥੋੜੀ ਬਹੁਤੀ ਤਲਖੀ ਦੋਨਾਂ ਮੁਲਕਾਂ ਚੱਲ ਰਹੀ ਹੈ ਇੱਥੇ ਕੋਈ ਗੱਲਬਾਤ ਹੋਈ ਹੈ ਉਹਦਾ ਪਤਾ ਨਹੀਂ, ਪਰ ਆਪਸ ਦੇ ਵਿੱਚ ਕਾਫੀ ਖੁਸ਼ਨੁਮਾ ਮਾਹੌਲ 'ਚ ਨਜ਼ਰ ਆ ਰਿਹਾ ਸੀ ਦੋਵੇਂ ਵੱਡੇ ਲੀਡਰ। ਪਰ ਈ ਵੀਜ਼ਾ ਉੱਤੇ ਭਾਰਤ ਹੁਣ ਕਦੋਂ ਤੱਕ ਜਿਹੜੀ ਰੋਕ ਲਾਈ ਰੱਖਦਾ, ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਮਨਦੀਪ ਜੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਜੋ ਰੇਸ ਚੱਲ ਰਹੀ ਹੈ ਉਸ ਦੇ ਨਾਲ ਸੰਬੰਧਿਤ ਕੁਝ ਖਬਰਾਂ ਸਾਹਮਣੇ ਆ ਰਹੀਆਂ ਨੇ। ਸੋ ਸਵਾਲ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦੇ ਆ, ਜਵਾਬ ਇਹ ਪੁੱਛਣਾ ਚਾਹੁੰਦੇ ਆ ਕਿ ਇੱਥੇ ਕਿਹੜਾ ਨਵਾਂ ਵਿਵਾਦ ਖੜਾ ਹੋ ਗਿਆ ਹੈ? ਬਿਲਕੁਲ ਜੀ, BC ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਜਿਹੜੀ ਉਹ ਇਸ ਵਕਤ ਰੇਸ ਚੱਲ ਰਹੀ ਆ ਔਰ ਇੱਕ ਡਿਬੇਟ ਵੀ ਜਿਹੜੀ ਇਹਨਾਂ ਦੇ ਉਮੀਦਵਾਰਾਂ 'ਚ ਆਪਸ 'ਚ ਹੋ ਚੁੱਕੀ ਆ। ਔਰ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਪਿੱਛੇ ਲੈ ਚੱਲਦੇ ਆ ਕਿਉਂਕਿ ਪਿਛਲੇ ਸਾਲ ਜਿਹੜੀਆਂ ਹੁਣ ਤੋਂ ਤਕਰੀਬਨ 1 ਸਾਲ ਪੂਰਾ 1 ਸਾਲ, ਕਿਉਂਕਿ ਅਕਤੂਬਰ ਦੇ ਵਿੱਚ ਜਿਹੜੀਆਂ ਉਹ ਚੋਣਾਂ ਹੋਈਆਂ ਸੀਗੀਆਂ BC ਪ੍ਰੋਵਿੰਸ਼ੀਅਲ ਦੀਆਂ। ਸੋ ਉਹਦੇ ਵਿੱਚ ਇਹ ਸੀਗਾ ਕਿ ਉਸ ਵਕਤ ਐਂਡਰਿਊ ਵਿਲਕਿੰਸਨ ਜਿਹੜੇ ਆ ਉਹ ਪਾਰਟੀ ਦੀ ਅਗਵਾਈ ਕਰ ਰਹੇ ਸੀਗੇ, ਪਰ ਜਦੋਂ ਪਾਰਟੀ ਬੁਰੀ ਤਰੀਕੇ ਨਾਲ ਹਾਰ ਗਈ, ਜਿਹੜੀ NDP ਨੂੰ ਸੀਗੀ ਉਹ ਇਤਿਹਾਸਕ ਜਿੱਤ ਮਿਲੀ ਸੀ। ਹਾਲਾਂਕਿ ਇਸ ਜਿੱਤ ਦੇ ਵਿੱਚ ਹੋਰ ਬਹੁਤ ਸਾਰੇ ਫੈਕਟਰ ਸੀ ਕਿਉਂਕਿ ਐਂਡਰਿਊ ਵਿਲਕਿੰਸਨ ਵੀ ਜਿਹੜੇ ਤਿਆਰ ਨਹੀਂ ਸੀ, ਉਹਨਾਂ ਦਾ ਪਾਰਟੀ ਉੱਤੇ ਇੰਨਾ ਤਕੜਾ ਹੋਲਡ ਨਹੀਂ ਸੀ। ਕੁਝ ਮੁੱਦਿਆਂ ਉੱਤੇ ਜਿਹੜੀ ਸੀ ਉਹ ਪਾਰਟੀ ਘਿਰ ਗਈ, ਫਸ ਗਈ, ਜਿਸ ਤੋਂ ਬਾਅਦ ਉਹਨਾਂ ਦੀ ਹਾਰ ਹੋਈ। ਪਰ ਉਸ ਤੋਂ ਬਾਅਦ ਜਿਹੜਾ ਸੀ ਫਿਰ ਉਹਨਾਂ ਨੇ ਆਪਣੀ ਲੀਡਰਸ਼ਿਪ ਤੋਂ ਜਿਹੜਾ ਸੀਗਾ ਜਿਹੜਾ ਐਲਾਨ ਕਰ ਦਿੱਤਾ ਸੀ ਕਿ ਤੁਸੀਂ ਆਪਣਾ ਨਵਾਂ ਲੀਡਰ ਜਿਹੜਾ ਉਹ ਲੱਭ ਲਓ, ਵੀ ਉਹ ਲੀਡਰ ਜਿਹੜੀ ਆ ਸ਼ਿਪ ਉਹ ਛੱਡਣ ਜਾ ਰਹੇ ਨੇ। ਸੋ ਉਸ ਤੋਂ ਬਾਅਦ ਲਗਾਤਾਰ 4-5 ਨਾਮ ਜਿਹੜੇ ਆਪਸ ਦੇ ਵਿੱਚ ਜਿਹੜੇ ਉਹ ਭਿੜ ਰਹੇ ਸੀਗੇ ਕਿ ਉਹ ਲੀਡਰ ਬਣਨਗੇ। ਸੋ ਉਹਨੂੰ ਲੈ ਕੇ ਜਿਹੜੀ ਇੱਕ ਪ੍ਰਕਿਰਿਆ ਹੁੰਦੀ ਆ, ਡਿਬੇਟਸ ਚੱਲਦੀਆਂ ਹੁੰਦੀਆਂ ਨੇ, ਜਿਹੜੀ ਉਸ ਤੋਂ ਬਾਅਦ ਫਿਰ ਨੋਮੀਨੇਸ਼ਨ ਹੋਊਗੀ, ਵੋਟਾਂ ਪੈਣਗੀਆਂ ਪਾਰਟੀ ਦੀ ਮੈਂਬਰਸ਼ਿਪ ਦੀਆਂ, ਫਿਰ ਲੀਡਰ ਚੁਣਿਆ ਜਾਵੇਗਾ। ਸੋ ਇਹ ਸਭ ਦੇ ਦਰਮਿਆਨ ਇੱਕ ਵੱਡਾ ਵਿਵਾਦ ਜਿਹੜਾ ਉਹ ਖੜਾ ਹੋ ਗਿਆ ਕਿਉਂਕਿ ਜਿਹੜੇ ਕੇਵਿਨ ਫਾਲਕਨ ਨੇ ਉਹ ਕਾਫੀ ਅੱਗੇ ਚੱਲ ਰਹੇ ਨੇ। ਹੁਣ ਇਸ ਲੀਡਰਸ਼ਿਪ ਦੇ ਵਿੱਚ ਜਿਹੜਾ ਵਾ ਇੱਕ ਵਿਵਾਦ ਜਿਹੜਾ ਉਹ ਖੜਾ ਹੋ ਗਿਆ ਕਿਉਂਕਿ ਇਸ ਵਕਤ ਜਿਹੜੇ ਕੇਵਿਨ ਫਾਲਕਨ ਨੇ, ਜਿਨ੍ਹਾਂ ਨੂੰ ਕਾਫੀ ਦਾਅਵੇਦਾਰ ਮੰਨਿਆ ਜਾ ਰਿਹਾ, ਮਜ਼ਬੂਤ ਮੰਨਿਆ ਜਾ ਰਿਹਾ ਇਸ ਰੇਸ ਦੇ ਲਈ, ਔਰ ਕਾਫੀ ਵੱਡੇ ਲੀਡਰ ਵੀ ਨੇ ਉਹ BC ਲਿਬਰਲ ਪਾਰਟੀ ਦੇ। ਸੋ ਉਹਨਾਂ ਦੇ ਜਿਹੜੇ 4-5 ਸਾਥੀ ਸੀ ਉਹ ਵਿਵਾਦਾਂ 'ਚ ਘਿਰ ਗਏ ਨੇ। ਅਸਲ ਦੇ ਵਿੱਚ ਇੱਕ ਹੋਰ ਜਿਹੜੇ ਵੈਨਕੂਵਰ ਦੇ ਲੰਗਾਰਾ ਤੋਂ MLA ਨੇ ਮਾਈਕਲ ਲੀ ਜਿਹੜੇ ਆ, ਉਹ ਵੀ ਇਸ ਜਿਹੜਾ ਰੇਸ ਦੇ ਵਿੱਚ ਨੇ ਸ਼ਾਮਲ ਨੇ, ਉਹ ਵੀ ਲੀਡਰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਲਿਬਰਲ ਪਾਰਟੀ ਦੇ BC ਦੇ। ਪਰ ਇਸੇ ਦੌਰਾਨ ਜਿਹੜੀ ਮਾਈਕਲ ਲੀ ਦੀ ਕੰਪੇਨ ਮੈਨੇਜਰ ਆ, ਉਹਨਾਂ ਨਾਲ ਜਿਹੜਾ ਵਾ ਇੱਕ ਬਦਸਲੂਕੀ ਦਾ ਜਿਹੜਾ ਉਹ ਮਾਮਲਾ ਸਾਹਮਣੇ ਆਇਆ। ਸੋ ਉਹਦੇ ਵਿੱਚ ਹੁਣ ਇਹ ਹੈ ਕਿ ਜਿਹੜੀ ਕੰਪੇਨ ਮਹਿਲਾ ਮੈਨੇਜਰ ਆ, ਉਹਨਾਂ ਵੱਲੋਂ ਇਹ ਦੋਸ਼ ਲਾਏ ਗਏ ਕਿ ਵੈਨਕੂਵਰ ਡਾਊਨਟਾਊਨ ਦੇ ਵਿੱਚ ਜਿਹੜੇ 4 ਤੋਂ 5 ਉਹਨਾਂ ਨੇ ਵਿਅਕਤੀਆਂ ਦੇ ਬਾਰੇ ਦੱਸਿਆ ਕਿ ਉਹ ਜਿਹੜੇ ਕੇਵਿਨ ਫਾਲਕਨ ਦੇ ਜਿਹੜੇ ਕੰਪੇਨ ਮੈਂਬਰ ਨੇ, ਉਹਨਾਂ ਵੱਲੋਂ ਜਿਹੜਾ ਵਾ ਉਹਨਾਂ ਨੂੰ ਉੱਥੇ ਭੱਦੀ ਸ਼ਬਦਾਵਲੀ ਉਹਨਾਂ ਲਈ ਵਰਤੀ ਗਈ, ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਔਰ ਇਸ ਦੌਰਾਨ ਕਹਿੰਦੇ ਵੀ ਉਹਨਾਂ ਦੇ ਹੰਝੂ ਜਿਹੜੇ ਨਿਕਲੇ। ਸੋ ਇੱਕ ਤਰੀਕੇ ਨਾਲ ਕਾਫੀ ਉਹਨਾਂ ਦੀ ਉੱਥੇ ਇਨਸਲਟ ਜਿਹੜੀ ਉਹ ਕੀਤੀ ਗਈ। ਸੋ ਇਸ ਤਰ੍ਹਾਂ ਪਹਿਲਾਂ ਕਹਿੰਦੇ ਕਿ ਮੈਂ ਅੰਦਰ ਖਾਤੇ ਕੋਸ਼ਿਸ਼ ਕੀਤੀ ਕਿ ਇਹ ਗੱਲ ਜਿਹੜੀ ਆ ਉਹ ਕੀਤੀ ਜਾਵੇ, ਪਰ ਉਹ ਕਹਿੰਦੇ ਵੀ ਕਿਸੇ ਵੱਲੋਂ ਕੋਈ ਬਹੁਤਾ ਰਿਸਪੌਂਸ ਨਹੀਂ ਮਿਲਿਆ, ਨਾ ਕਿਸੇ ਨੇ ਕੋਈ ਮਾਫੀ ਮੰਗੀ। ਜਿਸ ਤੋਂ ਬਾਅਦ ਉਹ ਕਹਿੰਦੇ ਕਿ ਉਹ ਮਜਬੂਰ ਹੋ ਕੇ ਜਿਹੜਾ ਵਾ ਹੁਣ ਇਸ ਮਾਮਲੇ ਨੂੰ ਜਿਹੜਾ ਵਾ ਉਹ ਪਬਲਿਕਲੀ ਕਰ ਰਹੇ ਨੇ। ਸੋ ਇੱਕ ਨੋਟ ਲਿਖ ਕੇ ਉਹਨਾਂ ਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਇਸ ਮਾਮਲੇ ਦੀ ਸਾਰੀ ਜਾਣਕਾਰੀ ਸੀ ਕਿ ਕਿਸ ਤਰੀਕੇ ਨਾਲ ਇਹਨਾਂ 5 ਵਿਅਕਤੀਆਂ ਨੇ ਉਹਨਾਂ ਨਾਲ ਜਿਹੜੀ ਉਹ ਬਦਤਮੀਜ਼ੀ ਕੀਤੀ ਤੇ ਕਿਸ ਤਰੀਕੇ ਦਾ ਉਹਨਾਂ ਨੇ ਮਹਿਸੂਸ ਕੀਤਾ। ਉਸ ਤੋਂ ਬਾਅਦ ਇਹ ਸਾਰਾ ਜਿਹੜਾ ਮਾਮਲਾ ਗਰਮਾ ਗਿਆ ਕਿਉਂਕਿ ਅਕਸਰ ਕੈਨੇਡਾ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੀ ਪੋਲਿਟਿਕਸ ਹੋਣੀ ਚਾਹੀਦੀ ਆ ਉਹ ਐਥੀਕਲ ਦੀ ਹੋਣੀ ਚਾਹੀਦੀ ਆ ਔਰ ਲੋਕ ਵੀ ਇਸ ਗੱਲ ਦੀ ਜਿਹੜੀ ਆ ਕਾਫੀ ਹੱਦ ਤੱਕ ਖਾਮੀ ਭਰਦੇ ਨੇ। ਔਰ ਇਸ ਗੱਲ ਦਾ ਜਦੋਂ ਹੁਣ ਸੇਕ ਲੱਗਣਾ ਸ਼ੁਰੂ ਹੋਇਆ ਕੇਵਿਨ ਫਾਲਕਨ ਨੂੰ, ਤਾਂ ਉਹਨਾਂ ਨੇ ਫੇਸਬੁੱਕ ਦੇ ਉੱਤੇ ਜਾਂ ਆਪਣੇ ਵੱਲੋਂ ਇੱਕ ਬਿਆਨ ਜਿਹੜਾ ਉਹ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੀੜਤ ਜਿਹੜੀ ਮਹਿਲਾ ਕੰਪੇਨ ਮੈਨੇਜਰ ਹੈ ਜਿਹੜੀ ਉਹਨਾਂ ਦੇ ਵਿਰੋਧੀ ਉਮੀਦਵਾਰ ਦੀ ਆ। ਹਾਲਾਂਕਿ ਦਰਸ਼ਕਾਂ ਨੂੰ ਦੱਸਦੀ ਇੱਕ ਵਾਰੀ ਫਿਰ ਕਿ ਪਾਰਟੀ ਦੇ ਅੰਦਰ ਜਿਹੜਾ ਵਾ ਸਾਰਾ ਕੁਝ ਚੱਲ ਰਿਹਾ, ਇੱਕ ਪਾਰਟੀ ਦਾ ਲੀਡਰ ਬਣਨੀ ਇੱਕ ਇੱਥੇ ਦਾ ਡੈਮੋਕ੍ਰੈਟਿਕ ਵਰਤਾਰਾ ਆ ਕਿ ਪਾਰਟੀ ਦੇ ਅੰਦਰ ਜਿਹੜੀ ਉਹ VOTING ਹੁੰਦੀ ਆ, ਡਿਬੇਟਸ ਵੀ ਹੁੰਦੀਆਂ ਨੇ, ਉਸ ਤੋਂ ਬਾਅਦ ਫਿਰ ਪਾਰਟੀ ਦਾ ਲੀਡਰ ਚੁਣਿਆ ਜਾਂਦਾ, ਫਿਰ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਵਾ ਪਾਰਟੀ ਦਾ ਚਿਹਰਾ, ਪਾਰਟੀ ਦਾ ਉਮੀਦਵਾਰ ਬਣ ਕੇ ਅੱਗੇ ਜਾਂਦਾ ਆ। ਸੋ ਉਹਦੇ ਲਈ ਸਾਰਾ ਕੁਝ ਹੋ ਰਿਹਾ। ਸੋ ਉਹਦੇ ਵਿੱਚ ਹੁਣ ਕੇਵਿਨ ਫਾਲਕਨ ਜਿਹੜੇ ਆ ਥੋੜੇ ਘਿਰਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਉਹਨਾਂ ਨੇ ਜਿਹੜਾ ਬਿਆਨ ਜਾਰੀ ਕੀਤਾ ਉਹ 'ਚ ਉਹਨਾਂ ਨੇ ਕਿਹਾ ਕਿ ਪੀੜਤ ਜਿਹੜੀ ਵਿਰੋਧੀ ਧਿਰ ਦੀ ਜਿਹੜੀ ਵਿਰੋਧੀ ਲੀਡਰ ਦੀ ਕੰਪੇਨ ਮੈਨੇਜਰ ਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਔਰ ਉਹਦੇ ਤੋਂ ਮਾਫੀ ਵੀ ਮੰਗੀ ਆ, ਇਸ ਸਾਰੇ ਵਰਤਾਰੇ ਦੀ ਨਿਖੇਧੀ ਵੀ ਕੀਤੀ ਆ
ਔਰ ਇਹ ਵੀ ਕਿਹਾ ਕਿ ਜਿਹੜੇ ਉਹ 4-5 ਬੰਦੇ ਸ਼ਾਮਲ ਨੇ ਉਹਨਾਂ ਨੇ ਆਪਣੀ ਕੰਪੇਨ ਦੇ ਵਿੱਚੋਂ ਕੱਢ ਵੀ ਦਿੱਤਾ ਆ। ਉਹਨਾਂ ਨਾਲ ਕਹਿੰਦੇ ਵੀ ਅਸੀਂ ਕੋਈ ਰਿਸ਼ਤਾ ਜਿਹੜਾ ਉਹ ਨਹੀਂ ਰੱਖਾਂਗੇ, ਪਰ ਇਹਦੇ ਨਾਲ ਇਹ ਵੀ ਕਹਿੰਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਕਿ ਇੱਕ ਥਰਡ ਪਾਰਟੀ ਹਾਇਰ ਕਰਕੇ ਜਿਹੜਾ ਵਾ ਪੂਰੇ ਮਾਮਲੇ ਦੀ ਜਾਣਕਾਰੀ ਵੀ ਹਾਸਲ ਕੀਤੀ ਜਾਵੇ। ਸੋ ਇਸ ਤਰੀਕੇ ਨਾਲ ਮਾਮਲਾ ਹੁਣ ਕਾਫੀ ਭੱਗ ਗਿਆ। ਖੈਰ ਆਪਣਾ ਜੋ ਹੋਇਆ ਉਹ ਵੀ ਦੱਸਤਾ ਇਸ ਮਹਿਲਾ ਕੰਪੇਨ ਮੈਨੇਜਰ ਨੇ ਜੋ ਕੈਵਿਨ ਫਾਲਕਨ ਨੇ, ਉਹਨਾਂ ਨੇ ਵੀ ਆਪਣੇ ਵੱਲੋਂ ਬਿਆਨ ਜਾਰੀ ਕਰ ਦਿੱਤਾ। ਉਹ ਬੰਦੇ ਵੀ ਉਹਨਾਂ ਨੇ ਆਪਣੀ ਕੰਪੇਨ ਚੋਂ ਕੱਢਤੇ। ਪਰ ਆਮ ਤੌਰ ਤੇ ਇਸ ਮਾਮਲੇ ਦੀ ਹੁਣ ਬੜੀ ਚਰਚਾ ਹੋ ਰਹੀ ਆ ਕਿ ਘੱਟੋ ਘੱਟ ਕੈਨੇਡਾ ਦੇ ਵਿੱਚ ਕਦੇ ਇਸ ਤਰੀਕੇ ਨਾਲ ਜਿਹੜੀ ਉਹ ਪੋਲਿਟਿਕਸ ਨਹੀਂ ਹੋਈ ਸੀ ਕਿ ਇੱਕੋ ਪਾਰਟੀ ਦੇ ਵਿੱਚ ਇੱਕੋ ਵਿਚਾਰਧਾਰਾ ਦੇ ਲੋਕ ਜਿਹੜੇ ਆ ਉਹ ਇੱਕ ਆਪਣੀ ਹੀ ਪਾਰਟੀ ਦੀ ਕੰਪੇਨ ਮੈਨੇਜਰ ਉੱਤੇ ਇਸ ਤਰੀਕੇ ਨਾਲ ਉਹਨੂੰ ਹਰਾਸ ਕਰਦੇ ਨੇ, ਗਾਲਾਂ ਕੱਢਦੇ ਨੇ। ਸੋ ਜਿਹੜੀ ਕੰਪੇਨ ਮਹਿਲਾ ਮੈਨੇਜਰ ਹੈ ਉਹਨੇ ਕਿਹਾ ਕਿ ਉਹਦੇ ਕੋਲ ਗਵਾਹ ਵੀ ਨੇ ਇਸ ਸਾਰੇ ਵਰਤਾਰੇ ਦੇ। ਸੋ ਇਸ ਮਾਮਲੇ ਦੀ ਅੱਜ ਕਾਫੀ ਚਰਚਾ ਹੋ ਰਹੀ ਆ। ਸੋ ਦੇਖਦੇ ਹਾਂ ਕਿ ਕਿੱਥੇ ਜਾ ਕੇ ਖੜਦਾ ਆ ਕਿ ਲੀਡਰਸ਼ਿਪ ਰੇਸ ਦੇ ਵਿੱਚ ਇਸ ਘਟਨਾ ਦਾ ਕੋਈ ਕੈਵਿਨ ਫਾਲਕਨ ਨੂੰ ਜਿਨ੍ਹਾਂ ਦੀ ਕਾਫੀ ਸਮਰਥਨ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਕੋਈ ਨੁਕਸਾਨ ਹੁੰਦਾ ਆ ਜਾਂ ਫਿਰ ਉਹ ਰੇਸ ਜਿੱਤ ਜਾਂਦੇ ਨੇ, ਇਹ ਤਾਂ ਬਾਅਦ 'ਚ ਪਤਾ ਲੱਗੇਗਾ। ਪਰ ਇਸ ਮਾਮਲੇ ਦੀ ਚਰਚਾ ਜਿਹੜੀ ਉਹ ਬਹੁਤ ਹੋ ਰਹੀ ਆ ਤੇ ਮਾਮਲੇ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ। ਜੀ ਮਨਦੀਪ ਜੀ, ਜਦੋਂ ਹੁਣ ਇਸ ਵਾਰ ਕੈਨੇਡਾ ਦੇ ਵਿੱਚ ਗਰਮੀ ਪਈ ਤਾਂ ਬਹੁਤ ਜ਼ਿਆਦਾ ਗਰਮੀ ਪਈ ਕਿ ਉਸਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਤੋਂ ਬਾਅਦ ਅੱਜ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਦੌਰਾਨ 600 ਦੇ ਕਰੀਬ ਲੋਕਾਂ ਦੀ ਐਕਸਟ੍ਰੀਮ ਹੀਟ ਦੇ ਕਾਰਨ ਮੌਤ ਹੋ ਗਈ ਹੈ। ਸੋ ਬ੍ਰਿਟਿਸ਼ ਕੋਲੰਬੀਆ ਕਾਰਨਰਸ ਸਰਵਿਸ ਵੱਲੋਂ ਇਸ ਬਾਰੇ ਹੋਰ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ? ਬਿਲਕੁਲ ਜੀ, ਅੱਜ ਸਰਕਾਰ ਵੱਲੋਂ ਇੱਕ ਜਿਹੜੀ ਆ ਜਾਣਕਾਰੀ ਜਾਰੀ ਕੀਤੀ ਗਈ ਹੈ ਜਿਹਦੀ ਇੱਕ ਡਿਟੇਲ ਜਿਹੜੀ ਸਾਡੇ ਕੋਲ ਪਹੁੰਚੀ ਆ ਔਰ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਜਿਹੜਾ ਵਾ ਉਹ 595 ਲਗਭਗ ਲੋਕਾਂ ਦੀ ਮੌਤ ਹੋਈ ਹੈ। ਕਿਉਂਕਿ ਪਿੱਛੇ ਜਿਹਾ ਸਭ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਜਿਹੜੀ ਆ ਹੀਟ ਜਿਹੜੀ ਆ ਉਹ ਇੱਕ ਸਟ੍ਰੀਮ ਆਇਆ ਸੀ, ਇੱਕ ਹੀਟ ਵੇਵ ਆਈ ਸੀਗੀ। ਲਗਭਗ BC ਵਿੱਚ 87 ਸਾਲ ਦਾ ਜਿਹੜਾ ਰਿਕਾਰਡ ਸੀ ਉਹਨੇ ਤੋੜਿਆ, ਜਿਸ ਤੋਂ ਬਾਅਦ ਇੱਥੇ ਇੱਕ ਸ਼ਹਿਰ ਦੇ ਵਿੱਚ ਲਿਟਨ ਦੇ ਵਿੱਚ ਜਿਹੜੀ ਆ ਅੱਗ ਵੀ ਲੱਗ ਗਈ ਸੀ। ਉਹ ਪੂਰਾ ਸ਼ਹਿਰ ਜਿਹੜਾ ਸੀ ਬਰਬਾਦ ਹੋ ਗਿਆ ਸੀਗਾ ਔਰ ਇੱਕ ਵੀ ਘਰ ਜਿਹੜਾ ਉਸ ਸ਼ਹਿਰ ਦੇ ਵਿੱਚ ਨਹੀਂ ਬਚਿਆ ਸੀਗਾ। ਉੱਥੇ ਹੀ ਇਹ ਰਿਕਾਰਡ ਜਿਹੜਾ ਸੀ 87 ਸਾਲ ਦਾ ਟੁੱਟਾ ਸੀਗਾ। ਪਰ ਹੁਣ ਜਿਹੜੇ ਅੰਕੜੇ ਜਾਰੀ ਕੀਤੇ ਗਏ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਔਰ BC ਕਾਰਨਰਸ ਵੱਲੋਂ ਜਿਹੜੀ ਜਾਣਕਾਰੀ ਜਾਰੀ ਕੀਤੀ ਗਈ ਆ ਉਹਦੇ ਵਿੱਚ ਕੁੱਲ ਮਿਲਾ ਕੇ 595 ਲੋਕਾਂ ਦੀ ਮੌਤ ਜਿਹੜੀ ਆ ਇਸ ਸਮਰ ਦੇ ਵਿੱਚ ਇਸ ਹੀਟ ਵੇਵ ਦੇ ਵਿੱਚ ਹੋਈ ਆ, ਜਿਹਦੇ ਵਿੱਚੋਂ ਦੱਸਿਆ ਇਹ ਗਿਆ ਕਿ 51% ਜਿਨ੍ਹਾਂ ਦੀ ਮੌਤ ਹੋਈ ਆ ਹੀਟ ਵੇਵ ਨਾਲ ਉਹ ਔਰਤਾਂ ਸੀਗੀਆਂ ਤੇ 49% ਜਿਹੜੇ ਉਹ ਮਰਦ ਸੀਗੇ। ਔਰ ਇਹਦੇ ਨਾਲ ਅਸੀਂ ਜੇਕਰ ਦੇਖੀਏ ਤਾਂ ਸਭ ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਨੇ ਵੈਨਕੂਵਰ ਦੇ ਵਿੱਚ 99 ਲੋਕਾਂ ਦੀ ਮੌਤ ਹੋਈ ਆ, ਸਰੀ ਦੇ ਵਿੱਚ 67 ਲੋਕਾਂ ਦੀ ਮੌਤ ਹੋਈ ਆ ਤੇ ਬਰਨਵੀ ਦੇ ਵਿੱਚ 63 ਜਿਹੜੀ ਉਹ ਲੋਕਾਂ ਦੀ ਮੌਤ ਹੋਈ ਆ। ਔਰ ਸਭ ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਨੇ ਉਹ ਹੋਈਆਂ ਨੇ 28 ਜੂਨ ਨੂੰ, ਜਿੱਦਣ 131 ਲੋਕਾਂ ਦੀ ਮੌਤ ਹੋਈ ਸੀ ਅਤੇ 29 ਜੂਨ ਨੂੰ ਜਿਹੜੀ ਆ ਉਹ 231 ਲੋਕਾਂ ਦੀ ਮੌਤ ਜਿਹੜੀ ਆ ਹੋ ਗਈ ਸੀ ਗਰਮੀ ਦੇ ਨਾਲ। ਸੋ ਸਾਰਾ ਕੁਝ ਇਹ ਡਾਟਾ ਜਿਹੜਾ ਵਾ ਹੁਣ ਇਹ ਐਨਾਲਾਈਜ਼ ਕੀਤਾ ਜਾ ਰਿਹਾ ਔਰ ਕਾਰਨ ਲੱਭੇ ਜਾ ਰਹੇ ਨੇ ਕਿ ਲੋਕ ਕਿਹੜੀਆਂ ਬਿਮਾਰੀਆਂ ਤੋਂ ਪੀੜਤ ਸਨ। ਜਿਹੜੀ ਉਹ ਖੇਦ ਵੀ ਜਤਾਇਆ ਜਾ ਰਿਹਾ ਕਿ ਜਿਨ੍ਹਾਂ ਦੇ ਜਿਹੜੇ ਪਰਿਵਾਰਕ ਮੈਂਬਰ ਇਸ ਹੀਟ ਦੇ ਵਿੱਚ ਵਿਛੜੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਸਾਰਾ ਕੁਝ ਐਨਾਲਾਈਜ਼ ਕਰਕੇ ਤਿਆਰੀ ਕੀਤੀ ਜਾ ਰਹੀ ਆ ਕਿ ਆਉਣ ਵਾਲੇ ਸਮਿਆਂ ਦੇ ਵਿੱਚ, ਕਿਉਂਕਿ ਇੱਥੇ ਵੀ ਕਲਾਈਮੇਟ ਚੇਂਜ ਦਾ ਮੁੱਦਾ ਜੁੜਦਾ ਹੈ ਕਿ ਕਿਸ ਤਰੀਕੇ ਨਾਲ ਗਰਮੀ ਵੱਧ ਰਹੀ ਆ, ਮੌਸਮ ਬਦਲ ਰਹੇ ਨੇ ਤੇ ਕਿਸ ਤਰੀਕੇ ਦੀ ਜਿਹੜੀ ਤਿਆਰੀ ਆ ਉਹ ਕੀਤੀ ਜਾਣੀ ਚਾਹੀਦੀ ਆ। ਇਸ ਹੀਟ ਵੇਵ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲ ਆਈਆਂ ਸੀ ਜਦੋਂ ਇੱਕਦਮ ਇੰਨੀ ਗਰਮੀ ਪੈ ਗਈ ਸੀ, ਕਿਉਂਕਿ ਆਮ ਤੌਰ ਤੇ ਜਿਹੜੇ ਨਵੇਂ ਘਰ ਨੇ ਉਹਨਾਂ ਵਿੱਚ ਤਾਂ ਪੱਖੇ ਜਾਂ AC ਜਿਹੜੇ ਆ ਹੁਣ ਇੰਤਜ਼ਾਮ ਸਾਰਾ ਕੀਤਾ ਜਾਂਦਾ, ਪਰ ਪੁਰਾਣੇ ਘਰਾਂ ਵਿੱਚ ਜਾਂ ਬਹੁਤ ਸਾਰੇ ਲੋਕ ਜਿਹੜੇ ਨੇ ਬੇਸਮੈਂਟਾਂ ਵਿੱਚ ਉਹ ਇਸ ਚੀਜ਼ ਲਈ ਤਿਆਰ ਨਹੀਂ ਸੀ। ਇੱਕਦਮ ਪੱਖਿਆਂ ਦੀ ਜਿਹੜੀ ਸੀ ਉਹ ਕਮੀ ਪੈਦਾ ਹੋ ਗਈ, AC ਨਹੀਂ ਲੋਕਾਂ ਨੂੰ ਮਿਲ ਰਿਹਾ ਸੀ, ਜੇ ਮਿਲ ਰਿਹਾ ਸੀ ਤਾਂ ਬਹੁਤ ਮਹਿੰਗੇ ਕਰ ਦਿੱਤੇ ਗਏ ਸੀ। ਸੋ ਹੁਣ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਜਾਂਦੇ ਆ ਉਹ ਸਾਰੀਆਂ ਚੀਜ਼ਾਂ ਤੇ ਜਿਹੜਾ ਹੁਣ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਵੀ ਅੱਗੇ ਜੇਕਰ ਇਸ ਤਰੀਕੇ ਦੇ ਕੋਈ ਹਾਲਾਤ ਆਉਂਦੇ ਨੇ, ਅਚਾਨਕ ਕੋਈ ਹੀਟ ਵੇਵ ਆਉਂਦੀ ਆ ਤਾਂ ਉਦੋਂ ਕਿਵੇਂ ਨਜਿੱਠਣਾ ਆ ਕਿ ਘੱਟ ਤੋਂ ਘੱਟ ਲੋਕਾਂ ਦਾ ਨੁਕਸਾਨ ਹੋਵੇ। ਸੋ ਇਸ ਤਰੀਕੇ ਨਾਲ ਜਿਹੜੇ ਪਹਿਲਾਂ ਹੋਰ ਬਿਮਾਰੀਆਂ ਤੋਂ ਲੋਕ ਪੀੜਤ ਨੇ ਉਹਨਾਂ ਦੀ ਜਾਨ ਨਾ ਜਾਵੇ। ਸੋ ਇਹ ਸਾਰਾ ਡਾਟਾ ਇਕੱਠਾ ਕਰਕੇ ਉਹਨੂੰ ਐਨਾਲਾਈਜ਼ ਕਰਕੇ ਅੱਗੇ ਲਈ ਜਿਹੜੀ ਤਿਆਰੀ ਆ ਉਹ ਕੀਤੀ ਜਾ ਰਹੀ ਹੈ। ਜੀ ਮਨਦੀਪ ਜੀ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੀ ਸਰਜਰੀ ਹੋਣੀ ਹੈ, ਸਰਜਰੀ ਹੋ ਗਈ, ਠੀਕ ਠਾਕ ਰਹੀ ਹੈ ਤੇ ਹੁਣ ਉਹਨਾਂ ਦੀ ਸਿਹਤ ਸੰਬੰਧੀ ਕਿਹੜੀ ਅਪਡੇਟ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਅਪਡੇਟ ਤਾਂ ਉਹ ਕੋਈ ਤਾਜ਼ਾ ਤੋਂ ਉਸ ਤੋਂ ਬਾਅਦ ਸਾਂਝੀ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਸੀ ਕਿ ਡਰ ਜ਼ਰੂਰ ਪਾਇਆ ਜਾ ਰਿਹਾ ਸੀ ਵੀ ਕਿਤੇ ਕੋਈ ਗੰਭੀਰ ਜਿਹੜੀ ਉਹ ਬਿਮਾਰੀ ਨਾ ਨਿਕਲ ਆਵੇ, ਪਰ ਹਾਲੇ ਤੱਕ ਇਸ ਤਰੀਕੇ ਦੀ ਕੋਈ ਖਬਰ ਨਹੀਂ ਆਈ ਆ।
ਔਰ ਸਭ ਕੁਝ ਜੋ ਕਿ ਉਹਨਾਂ ਦੇ ਆਫਿਸ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਸੀ ਕਿ ਸਰਜਰੀ ਜਿਹੜੀ ਆ ਉਹ ਸਕਸੈਸਫੁਲ ਹੋ ਗਈ ਸੀਗੀ ਔਰ ਇਸ ਵਕਤ ਉਹ ਰਿਕਵਰੀ ਕਰ ਰਹੇ ਨੇ, ਬਿਲਕੁਲ ਠੀਕ ਠਾਕ ਨੇ, ਚੜ੍ਹਦੀ ਕਲਾ ਵਿੱਚ ਨੇ। ਸੋ ਦੇਖਦੇ ਆ ਕਿ ਕਿੰਨੀ ਜਲਦੀ ਹੁਣ ਉਹ ਦੁਬਾਰਾ ਵਾਪਸ ਕੰਮ ਤੇ ਆਉਂਦੇ ਆ। ਪਰ ਇੰਨਾ ਜ਼ਰੂਰ ਆ ਕਿ ਉਹ ਬਿਲਕੁਲ ਇਸ ਵਕਤ ਠੀਕ ਠਾਕ ਨੇ ਔਰ ਰਿਕਵਰੀ ਕਰ ਰਹੇ ਨੇ ਤੇ ਸਰਜਰੀ ਉਹਨਾਂ ਦੀ ਜਿਹੜੀ ਉਹ ਸਕਸੈਸਫੁਲ ਤਰੀਕੇ ਨਾਲ ਹੋ ਗਈ ਸੀ। ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਮਨਦੀਪ ਜੀ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ तमाम ਉਹਨਾਂ ਖਬਰਾਂ ਦੀ ਜਿਹੜੀਆਂ ਕੈਨੇਡਾ ਦੇ ਵਿੱਚ ਅੱਜ ਖਾਸ ਰਹੀਆਂ। ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਬਾਕੀ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।